ਹੈਲੋ ਸਟੂਡੈਂਟ, ਵੈਲਕਮ ਇਨ ਦਾ ਇਕਨੋਮਿਕਸ ਕਲਾਸ। ਅੱਜ ਦੀ ਇਕਨੋਮਿਕਸ ਦੀ ਕਲਾਸ ਦੇ ਵਿੱਚ ਜਿਹੜਾ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਉਹ ਹੈ +1 ਕਲਾਸ ਦੇ ਮੰਗ ਦੀ ਕੀਮਤ ਲੋਚ ਦੇ ਪਾਰਟ ਵਿੱਚ ਲਿਆ ਗਿਆ। ਇਸ ਲੈਸਨ ਦੇ ਵਿੱਚ ਅਸੀਂ ਇੱਕ ਦੋ ਨੰਬਰ ਦੇ ਜਿਹੜੇ ਨੂਮੈਰੀਕਲਸ ਸਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ ਉਹਦੀ ਤਿਆਰੀ ਕਰਾਂਗੇ, ਉਹਨੂੰ ਅਸੀਂ ਸਮਝਾਂਗੇ ਕਿ ਇਸ ਤਰੀਕੇ ਨਾਲ ਅਸੀਂ ਸਿੰਪਲ ਵੇ ਦੇ ਨਾਲ ਉਹਨੂੰ ਹੱਲ ਕਰਾਂਗੇ। ਸੋ ਇੱਕ ਸਟੇਟਮੈਂਟ ਆਪਾਂ ਲੈ ਕੇ ਚੱਲਦੇ ਹਾਂ, ਉਹ ਸਟੇਟਮੈਂਟ ਨੂੰ ਹੱਲ ਕਰਕੇ ਦੇਖਾਂਗੇ। ਉਹ ਸਟੇਟਮੈਂਟ ਦੇ ਵਿੱਚ ਜੋ ਵੀ ਸਾਨੂੰ ਪੁੱਛਿਆ ਹੋਵੇਗਾ ਉਸ ਨੂੰ ਅਸੀਂ ਇੱਕ ਫਾਰਮੂਲੇ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਟੇਟਮੈਂਟ ਨੂੰ ਪੜ੍ਹਦੇ ਹਾਂ। ਸਟੇਟਮੈਂਟ ਜਿਹੜੀ ਪਹਿਲੀ ਦਿੱਤੀ ਹੋਈ ਉਹਦੇ ਵਿੱਚ ਕੀ ਆ, ਜਦੋਂ ਵਸਤੂ ਦੀ ਕੀਮਤ 80% ਘਟਦੀ ਹੈ ਤਾਂ ਉਸ ਦੀ ਮੰਗ ਕੀਤੀ ਗਈ ਮਾਤਰਾ ਕੀ ਆ 100% ਵੱਧ ਜਾਂਦੀ ਹੈ। ਮੰਗ ਦੀ ਕੀਮਤ ਲੋਚ ਪਤਾ ਕਰੋ। ਹੁਣ ਇਹਦੇ ਵਿੱਚ ਕੀ ਹੈ, ਪ੍ਰਤੀਸ਼ਤ ਦੇ ਵਿੱਚ ਕੀ ਦਿੱਤਾ ਹੋਇਆ, ਕੀਮਤ ਦਿੱਤੀ ਹੋਈ ਹੈ ਤੇ ਮੰਗ ਵੀ ਜਿਹੜੀ ਹੈ ਸਾਨੂੰ ਉਹ ਵੀ ਪ੍ਰਤੀਸ਼ਤ 'ਚ ਦਿੱਤੀ ਹੋਈ ਆ। ਅਸੀਂ ਫਾਰਮੂਲਾ ਕਿਹੜਾ ਲਾਵਾਂਗੇ, ਮੰਗ ਦੀ ਕੀਮਤ ਲੋਚ ਦਾ ਫਾਰਮੂਲਾ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਬਟਾ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ। ਇਹ ਸਾਡਾ ਫਾਰਮੂਲਾ ਹੈ। ਇਹਦੇ ਵਿੱਚ ਅਸੀਂ ਹੁਣ ਵੈਲਿਊ ਪੁੱਟ ਕਰਾਂਗੇ। ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਸਾਡਾ ਕਿੰਨਾ ਹੈ, 100% ਦਿੱਤਾ ਹੋਇਆ ਹੈ। ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ 80 ਦਿੱਤਾ ਹੈ। ਜਦੋਂ ਵੀ ਅਸੀਂ ਵੈਲਿਊ ਪੁੱਟ ਕਰਨੀ ਹੈ ਧਿਆਨ ਰੱਖਣਾ ਕਿ ਮੰਗ ਦੀ ਜਿਹੜੀ ਪ੍ਰਤੀਸ਼ਤ ਹੈ ਉੱਪਰ ਰੱਖਾਂਗੇ, ਕੀਮਤ ਦੀ ਪ੍ਰਤੀਸ਼ਤ ਜਿਹੜੀ ਆ ਉਹ ਹੇਠਾਂ ਰੱਖਾਂਗੇ। ਇਸ ਨੂੰ ਸਿੰਪਲ ਵੇ ਦੇ ਨਾਲ ਵੀ ਅਸੀਂ ਹੱਲ ਕਰ ਸਕਦੇ। ਜੇਕਰ ਅਸੀਂ ਭਾਗ ਵੀ ਕਰਨਾ ਚਾਹੁੰਦੇ ਹਾਂ ਤਾਂ ਭਾਗ ਵੀ ਕਰ ਸਕਦੇ ਹਾਂ। ਇੱਥੇ ਅਸੀਂ ਹੁਣ ਪੁਆਇੰਟ ਲਾਵਾਂਗੇ, ਫਿਰ ਸਾਡੇ ਕੋਲ 4 ਬਚੇਗਾ, 0 ਆਵੇਗਾ। 8 5 ਸਾਡੇ 40 ਹੁੰਦੇ ਹਨ। ਸੋ ਇਸ ਤਰੀਕੇ ਨਾਲ ਸਾਡਾ ਜਿਹੜਾ ਆਨਸਰ ਆਵੇਗਾ ਮੰਗ ਦੀ ਕੀਮਤ ਲੋਚ ਦਾ 1.25, ਜੋ ਕਿ ਆ ਇੱਕ ਜਿਹੜਾ ਸਾਡਾ ਵੈਲਿਊ ਤੋਂ ਵੱਧ ਹੈ, ਇਸ ਲਈ ਇਸ ਨੂੰ ਇਕਾਈ ਤੋਂ ਵੱਧ ਲਿਖਾਂਗੇ। ਅਸੀਂ ਇਕਾਈ ਤੋਂ ਵੱਧ ਲੋਚਦਾਰ ਮੰਗ। ਸੋ ਇਸ ਫਾਰਮੂਲੇ ਦੇ ਨਾਲ ਅਸੀਂ ਸਿੰਪਲ ਵੇ ਦੇ ਨਾਲ ਕੀ ਆ ਸਵਾਲ ਨੂੰ ਹੱਲ ਕਰ ਸਕਦੇ ਹਾਂ। ਸਾਨੂੰ ਕੀ ਇੱਕ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਹਮੇਸ਼ਾ ਹੀ ਅਸੀਂ ਉੱਪਰਲੀ ਵੈਲਿਊ ਵਿੱਚ ਭਰਾਂਗੇ ਤੇ ਕੀਮਤ ਦੀ ਪ੍ਰਤੀਸ਼ਤ ਪਰਿਵਰਤਨ ਹੇਠਾਂ ਲਿਖਾਂਗੇ। ਜੇਕਰ ਅਸੀਂ ਸਿੱਧੇ ਕੱਟਣਾ ਚਾਹੁੰਦੇ ਸਿੱਧੇ ਕੱਟ ਸਕਦੇ, ਜੇਕਰ ਅਸੀਂ ਭਾਗ ਕਰਨਾ ਚਾਹੁੰਦੇ ਹਾਂ ਭਾਗ ਕਰਕੇ ਵੀ ਆਨਸਰ ਤੱਕ ਪਹੁੰਚ ਸਕਦੇ ਹਾਂ। ਜੇਕਰ ਸਾਡਾ ਆਨਸਰ 1 ਤੋਂ ਵੱਧ ਆਉਂਦਾ ਤਾਂ ਅਸੀਂ ਇਕਾਈ ਤੋਂ ਵੱਧ ਲੋਚਦਾਰ ਮੰਗ ਲਿਖਾਂਗੇ। ਜੇਕਰ ਸਾਡਾ ਆਨਸਰ 1 ਆਉਂਦਾ ਦੈਨ ਅਸੀਂ ਇਸ ਨੂੰ ਇਕਾਈ ਲਿਖਾਂਗੇ। ਜੇਕਰ ਸਾਡਾ ਆਨਸਰ 1 ਤੋਂ ਘੱਟ ਆਉਂਦਾ ਤਾਂ ਅਸੀਂ ਇਸ ਨੂੰ ਇਕਾਈ ਤੋਂ ਘੱਟ ਲੋਚਦਾਰ ਮੰਗ ਲਿਖਾਂਗੇ। ਇਸ ਤੋਂ ਬਾਅਦ ਨੈਕਸਟ ਅਸੀਂ ਜਿਹੜਾ ਸਮ ਕਰਨ ਜਾ ਰਹੇ ਹਾਂ ਉਹਦੇ ਵਿੱਚ ਕੀ ਸਾਨੂੰ ਮੰਗ ਦੀ ਕੀਮਤ ਲੋਚ ਦਿੱਤੀ ਹੋਵੇਗੀ। ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਜਾਂ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਦੋਨਾਂ ਵਿੱਚੋਂ ਇੱਕ ਵੈਲਿਊ ਮਿਸ ਹੋਵੇਗੀ ਜਿਸ ਨੂੰ ਅਸੀਂ ਪਤਾ ਕਰਨਾ ਹੋਵੇਗਾ। ਸੋ ਇਹ ਸਮ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਤਿਰਛੀ ਗੁਣਾ ਕਰਾਂਗੇ। ਸੋ ਅਸੀਂ ਟਰਾਈ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਸਟੇਟਮੈਂਟ ਨੂੰ ਪੜ੍ਹਦੇ ਹਾਂ। ਮੰਗ ਦੀ ਕੀਮਤ ਲੋਚ ਸਾਨੂੰ ਪਹਿਲਾਂ ਹੀ ਦਿੱਤੀ ਹੈ ਜੋ ਅਸੀਂ ਪਿਛਲੇ ਸਮ ਦੇ ਵਿੱਚ ਪਤਾ ਕੀਤੀ ਸੀ। ਇਹਦੇ ਵਿੱਚ ਕੀ ਹੈ, ਸਾਨੂੰ ਮੰਗ ਦੀ ਮਾਤਰਾ ਵਿੱਚ ਪ੍ਰਤੀਸ਼ਤ ਪਰਿਵਰਤਨ ਦਿੱਤਾ ਹੋਇਆ ਹੈ 4% ਤੇ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਅਸੀਂ ਪਤਾ ਕਰਨਾ ਹੈ। ਸਭ ਤੋਂ ਪਹਿਲਾਂ ਅਸੀਂ ਫਾਰਮੂਲੇ ਨੂੰ ਲਿਖਦੇ ਹਾਂ, ਮੰਗ ਦੀ ਕੀਮਤ ਲੋਚ। ਉੱਪਰ ਲਿਖਾਂਗੇ ਅਸੀਂ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ, ਹੇਠਾਂ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ। ਫਾਰਮੂਲੇ ਨੂੰ ਹਮੇਸ਼ਾ ਅਸੀਂ ਯਾਦ ਰੱਖਣ ਲਈ ਕੀ ਆ, ਹਮੇਸ਼ਾ ਮੰਗ ਨੂੰ ਅਸੀਂ ਉੱਪਰ ਰੱਖਦੇ ਹਾਂ, ਕੀਮਤ ਨੂੰ ਹੇਠਾਂ ਰੱਖਦੇ ਹਾਂ। ਹੁਣ ਅਸੀਂ ਕੀ ਹੈ ਵੈਲਿਊ ਪੁੱਟ ਕਰਨ ਜਾ ਰਹੇ ਹਾਂ। 0.5 ਸਾਡੀ ਮੰਗ ਦੀ ਕੀਮਤ ਲੋਚ ਪਹਿਲਾਂ ਹੀ ਦਿੱਤੀ ਹੋਈ ਹੈ। ਇਸ ਦੇ ਹੇਠਾਂ ਅਸੀਂ ਹਮੇਸ਼ਾ 1 ਲਗਾ ਕੇ ਤਿਰਛੀ ਗੁਣਾ ਕਰਨੀ ਹੁੰਦੀ ਹੈ। ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਸਾਨੂੰ 4 ਦਿੱਤਾ ਹੋਇਆ ਹੈ ਤੇ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਅਸੀਂ ਪਤਾ ਕਰਨਾ ਹੈ। ਜਿਹੜੀ ਵੈਲਿਊ ਪਤਾ ਕਰਨੀ ਹੈ ਉਹਨੂੰ ਅਸੀਂ ਇਹ ਐਜ਼ ਇਟ ਇਜ਼ ਲਿਖ ਦੇਣਾ ਹੈ। ਹੁਣ ਅਸੀਂ ਕੀ ਇੱਥੇ ਤਿਰਛੀ ਗੁਣਾ ਕਰਾਂਗੇ। 0.5 ਦੀ ਗੁਣਾ ਇਸ ਵੈਲਿਊ ਦੇ ਨਾਲ, 4 ਦੀ ਗੁਣਾ 1 ਦੀ ਨਾਲ ਕਰਾਂਗੇ। ਤਿਰਛੀ ਗੁਣਾ ਕਰਨ ਜਾ ਰਹੇ ਹਾਂ ਅਸੀਂ। ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਦੀ ਗੁਣਾ ਅਸੀਂ ਕਰ ਰਹੇ ਹਾਂ 0.5 ਦੇ ਨਾਲ ਤੇ 4 ਦੀ ਗੁਣਾ ਅਸੀਂ 1 ਨਾਲ ਕਰ ਰਹੇ ਹਾਂ। 4 ਦੀ ਗੁਣਾ 1 ਨਾਲ ਕੀਤੀ ਸਾਡਾ ਵੈਲਿਊ 4 ਹੀ ਰਹੇਗਾ। ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਨੂੰ ਹਾਲੇ ਅਸੀਂ ਗੁਣਾ ਨਹੀਂ ਕਰ ਸਕਦੇ, ਇਸ ਲਈ ਕੀ ਅਸੀਂ 0.5 ਨੂੰ ਇੱਧਰ ਲੈ ਕੇ ਆਵਾਂਗੇ ਦੂਸਰੇ ਪਾਸੇ ਇਕੁਅਲ ਟੂ ਤੋਂ। ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਬਰਾਬਰ 4। 0.5 ਜਿਹੜਾ ਇੱਧਰ ਗੁਣਾ ਹੈ ਉਹ ਇਕੁਅਲ ਟੂ ਤੋਂ ਬਾਅਦ ਇੱਧਰ ਆ ਕੇ ਹੋ ਜਾਏਗਾ, ਭਾਗ ਹੋ ਜਾਏਗਾ। 0.5 ਨੂੰ ਅਸੀਂ ਪੁਆਇੰਟ ਹਟਾ ਕੇ 10 ਉੱਪਰ ਲਿਖਣ ਜਾ ਰਹੇ ਹਾਂ
ਇੱਥੇ ਕੀ ਹੋਵੇਗਾ 4 ਨੂੰ ਗੁਣਾ ਅਸੀਂ 10 ਨਾਲ ਕੀਤੀ 40, 5 8 5 ਸਾਡੇ 40 ਹੁੰਦੇ ਹਨ। तो कीमत विच प्रतिशत परिवर्तन साडा कितना होगा 8%। सो इस तरीके नाल असीं तिरछी गुणा करन तो बाद की आ जेकर पॉइंट दे विच साडी वैल्यू तो असीं पॉइंट हटा के उहदे नाल जीरो ला सकते हैं तो उस जीरो के नाल उपर की 10 बना के असीं 4 दे नाल गुणा करते हैं दैन कि साडी वैल्यू 40 हो जाती है। 40 का असीं जेकर असीं 5 का टेबल 40 तक पढ़ते हैं तो साडी वैल्यू 8 आउंदी है तो 8 ही साडा आंसर होगा। इस तरीके नाल असीं कीमत विच प्रतिशत परिवर्तन कढ़िया है जदों सानूं 0.5 मंग की कीमत लोच दित्ती हुई सी ते मंग की मात्रा विच प्रतिशत परिवर्तन 4 दिता होया सी। इस तो बाद असीं थर्ड सम करांगे जिहदे विच की है सानूं मंग विच प्रतिशत परिवर्तन पता करन नूं किहा होवेगा ते कीमत विच प्रतिशत परिवर्तन दिता होवेगा ते मंग की कीमत लोच भी सानूं दित्ती होवेगी। थर्ड टाइप का जिहड़ा सम है उहदे विच सानूं मंग विच प्रतिशत परिवर्तन पता करन नूं दिता होया जिहदे विच की आ कीमत विच प्रतिशत परिवर्तन सानूं ऑलरेडी गिवन है तो मंग की कीमत लोच भी सानूं दित्ती हुई है। असीं की है फॉर्मूले विच इस नूं पुट करन की कोशिश करांगे मंग की कीमत लोच उपर आवेगा मंग विच प्रतिशत परिवर्तन ते हेठां आवेगा कीमत विच प्रतिशत परिवर्तन। तो साडी जिहड़ी मंग की कीमत लोच है ऑलरेडी दित्ती है 2 दित्ती है असीं एक हमेशा थल्ले तिरछी गुणा नूं सौखा करने लई लगा लैंदे आ। कीमत विच प्रतिशत परिवर्तन सानूं दिता होया है मंग विच प्रतिशत परिवर्तन असीं फाइंड करना इसलिए असीं इस नूं फॉर्मूले विच इस तरीके नाल ही लिख रहे हैं। कीमत विच प्रतिशत परिवर्तन सानूं कितना दिता है 5 दिता होया है। हुण असीं की है तिरछी गुणा करांगे 2 की गुणा असीं 5 दे नाल करांगे 1 की गुणा करांगे मंग विच प्रतिशत परिवर्तन नाल। तिरछी गुणा करन जा रहे हैं असीं। सब तो पहला की है 1 नूं गुणा असीं कीती है मंग विच प्रतिशत परिवर्तन दूसरे पासे 2 की गुणा असीं 5 ना कर जाना 5 नूं 2 ना गुणा की साडी वैल्यू आवेगी 10। सो मंग की कीमत विच प्रतिशत परिवर्तन साडा ईजी तरीके नाल निकल जाएगा वो की होगा 10%। सो मंग विच प्रतिशत परिवर्तन जो असीं कढ़ना होगा दैन की साडी तिरछी गुणा उदों भी करनी पवेगी जो सानूं कीमत विच प्रतिशत परिवर्तन कढ़ण नूं किहा होवे जिहड़ा असीं सैकंड सम कीता उहदे विच भी सानूं तिरछी गुणा करनी पई है। पहली टाइप के सम दे विच की सानूं मंग की कीमत लोच पता करन नूं किहा होया सी जिहदे विच सानूं मंग विच प्रतिशत परिवर्तन भी दिता होया सी ते कीमत विच प्रतिशत परिवर्तन भी दिता होया सी जो कि सब तो पहले स्टैप वाला ईजी सम सी। दूसरा ते तीसरा सवाल सी उहदे विच तिरछी गुणा की लोड़ पैंदी है जदों सानूं कीमत विच प्रतिशत परिवर्तन पता करन नूं किहा होवे जां मंग विच प्रतिशत परिवर्तन पता करन नूं किहा होवे। ये सम तुहानूं 2 जां 1 नंबर के लिए पूछे जा सकते हैं। नैक्सट असीं जिहड़ा सम करन जा रहे हैं उहदे विच की है सानूं मंग की कीमत लोच दित्ती होवेगी मंग विच प्रतिशत परिवर्तन जिहड़ा है वो सानूं पता करन नूं किहा होवेगा पर सानूं कीमत विच प्रतिशत परिवर्तन नहीं दिता होवेगा। ਇਹਦੇ ਵਿੱਚ ਕੀ ਸਾਨੂੰ कीमत ਵਿੱਚ प्रतिशत परिवर्तन ਪਹਿਲਾਂ ਸਾਨੂੰ ਕੱਢਣਾ ਪਵੇਗਾ ਫਿਰ ਅਸੀਂ ਫਾਰਮੂਲੇ ਦੇ ਪੁੱਟ ਕਰਾਂਗੇ ਫਿਰ ਨੈਕਸਟ ਕੀ ਅਸੀਂ ਮੰਗ ਵਿੱਚ प्रतिशत परिवर्तन ਪਤਾ ਕਰਾਂਗੇ। ਸੋ ਇਹ ਸਟੇਟਮੈਂਟ ਨੂੰ ਪੜ੍ਹ ਕੇ ਅਸੀਂ ਕਲੀਅਰ ਕਰਦੇ ਹਾਂ ਕਿ ਇਹਦੇ ਵਿੱਚ ਕਿਹੜੀ ਵੈਲਿਊ ਦਿੱਤੀ ਹੈ ਤੇ ਕਿਹੜੀ ਪਤਾ ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿਸੇ ਵਸਤੂ ਦੀ ਮੰਗ ਦੀ ਕੀਮਤ ਲੋਚ ਕਿੰਨੀ ਹੈ -1.5 ਜੋ ਸਾਨੂੰ ਪਹਿਲਾਂ ਹੀ ਗਿਵਨ ਹੈ। ਜਦੋਂ ਵਸਤੂ ਦੀ ਕੀਮਤ 5 ਰੁਪਏ ਤੋਂ ਵੱਧ ਕੇ 10 ਰੁਪਏ ਹੋ ਜਾਂਦੀ ਹੈ ਸਾਨੂੰ ਇਹਦੇ ਵਿੱਚ ਕੀ ਹੈ P1 P0 ਤੇ P1 ਦਿੱਤਾ ਹੋਇਆ ਹੈ ਤੇ ਮੰਗ ਵਿੱਚ प्रतिशत परिवर्तन पता करन नूं किहा होया है। सब तो पहला असीं फार्मूला लिखते हैं मंग दी कीमत लोच उपर की हुंदा है मंग विच प्रतिशत परिवर्तन हेठां कीमत विच प्रतिशत परिवर्तन। सानूं वैल्यू जिहड़ी दित्ती हुई है वो मंग दी कीमत लोच भी दित्ती हुई है ते ਮੰਗ ਵਿੱਚ प्रतिशत परिवर्तन पता करन नूं किहा होया ते कीमत ਵਿੱਚ प्रतिशत परिवर्तन भी सानूं नहीं गिवन हैगा। सब तो पहला कि असीं कीमत ਵਿੱਚ प्रतिशत परिवर्तन पता करांगे सानूं की चाहिदा है P0 साडा कितना है 5 ते P1 साडा कितना है 10। परिवर्तन कितना होया कीमत ਵਿੱਚ वो असीं किद्दां कढदे हुंदे आ P1 - P0 10 - 5 वैल्यू आएगी साडी 5। सब तो पहले असीं की है कीमत विच प्रतिशत परिवर्तन पता करन जा रहे हैं वो असीं किद्दां पता करीदा है
डेल्टा पी उपर रखते हैं तो P0 हेठा रखते हैं गुणा 100 करते हैं। ਜਦੋਂ भी असी कीमत विच प्रतिशत परिवर्तन पता करना है सानू की एक डेल्टा पी चाहिए होंदा है तो P0 डेल्टा पी साडा कितना आया है 5 तो P0 भी साडा 5 है गुणा 100 5 नूं असी 5 दे नाल कट्टांगे तो साडे कोल वैल्यू बचेगी 1 दी गुणा असी 100 ना करांगे तो साडा आंसर आएगा 100% जिहड़ा साडा कीमत विच परिवर्तन आया है। ਹੁਣ ਅਸੀਂ ਇਹ 100% ਨੂੰ ਕੀ ਹੈ ਅਸੀਂ ਫਾਰਮੂਲੇ 'ਚ ਪੁੱਟ ਕਰਾਂਗੇ ਤੇ 1.5 ਨੂੰ ਪੁੱਟ ਕਰਾਂਗੇ ਤੇ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਪਤਾ ਕਰਾਂਗੇ। ਸੋ ਫਾਰਮੂਲੇ ਦੇ ਵਿੱਚ ਅਸੀਂ ਪੁੱਟ ਕਰਦੇ ਹਾਂ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਸਾਡਾ ਕਿੰਨਾ ਹੈ 1.5 ਜਿਹਨੂੰ ਆਪਾਂ 1.5 ਆਖਦੇ ਹਾਂ। ਇਹਦੇ ਹੇਠਾਂ ਅਸੀਂ 1 ਜ਼ਰੂਰ ਲਗਾ ਲੈਂਦੇ ਹਾਂ ਕਿਉਂਕਿ ਸਾਨੂੰ ਪਤਾ ਤਿਰਛੀ ਗੁਣਾ ਦੀ ਲੋੜ ਪਵੇਗੀ। ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਅਸੀਂ ਪਤਾ ਕਰਨਾ ਹੈ ਤੇ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਸਾਡਾ ਕਿੰਨਾ ਆਇਆ ਹੈ 100। ਹੁਣ ਅਸੀਂ ਇੱਥੇ ਕੀ ਤਿਰਛੀ ਗੁਣਾ ਕਰਨ ਜਾ ਰਹੇ ਹਾਂ। ਤਿਰਛੀ ਗੁਣਾ ਦੇ ਵਿੱਚ ਕੀ ਹੁੰਦਾ ਹੈ ਅਸੀਂ ਉੱਪਰਲੀ ਵੈਲਿਊ ਨੂੰ ਹੇਠਾਂ ਵਾਲੀ ਨੂੰ ਉੱਪਰ ਵਾਲੀ ਨਾਲ ਗੁਣਾ ਕਰਾਂਗੇ। 1 ਦੀ ਗੁਣਾ ਅਸੀਂ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਨਾਲ ਕਰ ਰਹੇ ਹਾਂ। 1.5 ਦੀ ਗੁਣਾ ਅਸੀਂ 100 ਨਾਲ ਕਰ ਰਹੇ ਹਾਂ ਤੇ ਪੁਆਇੰਟ ਹਟਾਉਂਦੇ ਜਦੋਂ ਅਸੀਂ ਤਾਂ 15 ਆਵੇਗਾ ਥੱਲੇ 10 ਆਵੇਗਾ। 10 ਨੂੰ 0 ਨਾਲ ਕੱਟਿਆ ਤਾਂ ਸਾਡੀ 150 ਵੈਲਿਊ ਆਵੇਗੀ। इधर की आएगा मंग विच प्रतिशत परिवर्तन साडा कितना आया 150%। सो इस तरीके नाल असीं की है जो सानू कीमत विच प्रतिशत परिवर्तन भी ना दिता होवे मंग विच प्रतिशत परिवर्तन भी ना दिता होवे सानू P1 या P0 दिता हो सकदा Q1 या Q0 दिता हो सकदा ਮੰਗ ਦੀ ਕੀਮਤ ਲੋਚ ਦਿੱਤੀ ਹੋ ਸਕਦੀ ਹੈ ਤੇ ਸਾਨੂੰ ਪਤਾ ਕਰਨ ਲਈ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਕਿਹਾ ਹੋ ਸਕਦਾ ਜਾਂ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਕਿਹਾ ਹੋ ਸਕਦਾ। ਦੈਨ ਕੀ ਹੈ ਸਾਨੂੰ ਪਹਿਲਾਂ ਸਾਨੂੰ कीमत विच प्रतिशत परिवर्तन पता करना पवेगा। उस दे लई की सानू P1 - P0 करांगे तो साडा डेल्टा P आवेगा। डेल्टा P की वैल्यू नूं असीं उपर भरांगे हेठां P0 भरांगे गुणा 100 ना करांगे तो साडी कीमत विच प्रतिशत परिवर्तन आ जाएगा। उसनूं असीं फिर की है फॉर्मूले च पुट करांगे दैन की है तिरछी गुणा करके असीं मंग विच प्रतिशत परिवर्तन कढ सकते हैं। ये सम थोड़ा लेंथी है इसलिए इसनूं 4 नंबर के लिए असीं रख सकते हैं कि 4 नंबर लिए तुहानूं सम जिहड़ा पुछया जा सकदा। नैक्सट जिहड़ा असीं सम करन जा रहे हैं इहदे विच की आ सानूं कीमत लोच दिता होया है ਮੰਗ ਦੀਆਂ ਇਕਾਈਆਂ ਦਿੱਤੀਆਂ ਹੋਈਆਂ ਹਨ ਪਰ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਪੁੱਛਿਆ ਹੋਇਆ ਹੈ। ਸੋ ਇਹ ਜਿਹੜਾ ਸਮ ਹੈ ਚੌਥੇ ਸਮ ਦੇ ਨਾਲ ਮਿਲਦਾ ਜੁਲਦਾ ਹੈ। ਉਹਦੇ ਵਿੱਚ ਸਾਨੂੰ ਕੀ ਸੀਗਾ ਕੀਮਤ ਦਿੱਤੀ ਹੋਈ ਸੀ ਤੇ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਪੁੱਛਿਆ ਹੋਇਆ ਸੀ। ਇਹਦੇ ਵਿੱਚ ਕੀ ਹੈ ਸਾਨੂੰ ਮੰਗ ਦੀਆਂ ਇਕਾਈਆਂ ਵੀ ਦਿੱਤੀਆਂ ਹੋਈਆਂ ਹਨ ਪਰ ਸਾਨੂੰ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਕੱਢਣ ਨੂੰ ਕਿਹਾ ਹੋਇਆ ਹੈ। ਸੋ ਆਪਾਂ ਇਹ ਸਮ ਨੂੰ ਵੀ ਉਸੇ ਤਰੀਕੇ ਨਾਲ ਹੱਲ ਕਰਾਂਗੇ। ਪਹਿਲਾਂ ਅਸੀਂ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਪਤਾ ਕਰਾਂਗੇ ਫਿਰ ਅਸੀਂ ਕੀ ਤਿਰਛੀ ਗੁਣਾ ਲਗਾ ਕੇ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਪਤਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਫਾਰਮੂਲਾ ਲਿਖਦੇ ਹਾਂ ਮੰਗ ਦੀ ਕੀਮਤ ਲੋਚ ਉੱਪਰ ਆਵੇਗਾ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਹੇਠਾਂ ਆਵੇਗਾ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ। ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪਵੇਗਾ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਲੱਭਣਾ ਪਵੇਗਾ। ਉਸ ਦੇ ਲਈ ਸਾਨੂੰ ਕੀ ਚਾਹੀਦਾ ਪਹਿਲਾਂ ਸਾਨੂੰ ਚਾਹੀਦਾ Q0 ਸਾਡਾ ਕਿੰਨਾ ਹੈ 100 ਜਿਸ ਦੇ ਨਾਲ ਇਕਾਈਆਂ ਲੱਗੀਆਂ ਹੁੰਦੀਆਂ ਹਨ ਉਹਨੂੰ ਅਸੀਂ Q0 ਮੰਨਦੇ ਹਾਂ। ਉਸ ਤੋਂ ਬਾਅਦ ਸਾਡੀ Q1 ਸਾਡੀ ਕਿੰਨੀ ਹੋਈ ਆ 100 ਤੋਂ ਵੱਧ ਕੇ 200। ਹੁਣ ਅਸੀਂ ਕੀ ਹੈ ਡੈਲਟਾ Q ਲੱਭਾਂਗੇ ਉਸ ਦਾ ਫਾਰਮੂਲਾ ਕੀ ਹੈ Q1 - Q0 200 - 100 बराबर 100। ਡੈਲਟਾ Q ਸਾਡਾ ਕਿੰਨਾ ਆਇਆ ਹੈ 100। ਸੋ ਅਸੀਂ ਹੁਣ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਕੱਢਣ ਜਾ ਰਹੇ ਹਾਂ। ਉਸ ਦਾ ਫਾਰਮੂਲਾ ਕੀ ਹੈ Q ਡੈਲਟਾ ਉੱਪਰ ਆਵੇਗਾ Q0 ਥੱਲੇ ਆਵੇਗਾ ਗੁਣਾ 100 ਹੋਵੇਗੀ। ਡੈਲਟਾ Q ਸਾਡਾ ਕਿੰਨਾ ਹੈ 100 Q0 ਸਾਡਾ ਕਿੰਨਾ ਹੈ ਉਹ ਵੀ 100 ਹੈ। ਸੋ 100 ਨੂੰ ਅਸੀਂ 100 ਦੇ ਨਾਲ ਕੱਟ ਕੇ ਸਾਡਾ ਇੱਥੇ ਵੈਲਿਊ 1 ਆਵੇਗੀ। 1 ਦੀ ਗੁਣਾ ਅਸੀਂ 100 ਨਾਲ ਕਰਦੇ ਹਾਂ ਤਾਂ ਸਾਡਾ ਆਨਸਰ ਆਵੇਗਾ 100%। ਸੋ ਸਾਡਾ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਕਿੰਨਾ ਹੈ 100%। ਹੁਣ ਅਸੀਂ ਕੀ ਹੈ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਪਤਾ ਕਰਾਂਗੇ। ਉਸ ਦੇ ਲਈ ਸਾਨੂੰ ਕੀ ਕਰਨਾ ਪਵੇਗਾ ਮੰਗ ਦੀ ਕੀਮਤ ਲੋ ਜੋ ਸਾਨੂੰ ਦਿੱਤੀ ਹੈ ਉਸ ਨੂੰ ਅਸੀਂ 2 ਲਿਖਾਂਗੇ। ਹਮੇਸ਼ਾ ਇੱਕ ਥੱਲੇ ਲਿਖਾਂਗੇ ਕਿਉਂਕਿ ਸਾਨੂੰ ਤਿਰਛੀ ਗੁਣਾ ਕਰਨ ਦੇ ਵਿੱਚ ਸਾਨੂੰ ਇਹਦੇ ਵਿੱਚ ਆਸਾਨੀ ਹੋਵੇਗੀ। ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਸਾਡਾ ਕਿੰਨਾ ਆਇਆ ਹੈ 100 ਆਇਆ ਹੈ। ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਅਸੀਂ ਪਤਾ ਕਰਨ ਜਾ ਰਹੇ ਹਾਂ। ਹੁਣ ਅਸੀਂ ਕੀ ਹੈ ਤਿਰਛੀ ਗੁਣਾ ਕਰਾਂਗੇ
ਤਿਰਛੀ ਗੁਣਾ ਹੇਠਲੀ ਵੈਲਿਊ ਨੂੰ ਉੱਪਰ ਵਾਲੀ ਨਾਲ ਗੁਣਾ, ਉੱਪਰਲੀ ਵੈਲਿਊ ਨੂੰ ਹੇਠ ਵਾਲੀ ਗੁਣਾ। ਅਸੀਂ 2 ਦੀ ਗੁਣਾ ਕਰਾਂਗੇ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਨਾਲ ਤੇ 1 ਦੀ ਗੁਣਾ ਕਰਾਂਗੇ 100 ਦੇ ਨਾਲ। 100 ਦੀ 1 ਨਾਲ ਗੁਣਾ ਕੀਤੀ ਸਾਡੀ ਵੈਲਿਊ 100 ਹੀ ਰਹੇਗੀ। ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਜਿਹੜਾ 2 ਹੈ ਸਾਡਾ ਉਹ ਇੱਧਰ ਗੁਣਾ ਹੈ ਤਾਂ ਇੱਧਰ ਆ ਕੇ ਭਾਗ ਹੋ ਜਾਵੇਗਾ। ਜਦੋਂ ਅਸੀਂ ਕੱਟਾਂਗੇ ਤਾਂ ਸਾਡੀ ਵੈਲਿਊ ਹੋ ਜਾਏਗੀ 50। ਤਾਂ ਸਾਡਾ ਆਨਸਰ ਕੀ ਆਵੇਗਾ? ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ 50 ਆਵੇਗਾ। ਸੋ ਇਸ ਤਰੀਕੇ ਨਾਲ ਅਸੀਂ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਕੱਢ ਸਕਦੇ ਹਾਂ। ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਵੇਗਾ? ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਪਤਾ ਕਰਨਾ ਪਵੇਗਾ, ਜੋ ਕਿ ਸਮ ਦੇ ਵਿੱਚ Q1 ਜਾਂ Q0 ਸਾਨੂੰ ਦਿੱਤੀ ਹੋਣੀ ਹੈ। ਉਹਦੇ ਤੋਂ ਅਸੀਂ ਡੈਲਟਾ Q ਬਣਾਵਾਂਗੇ। ਡੈਲਟਾ Q ਨੂੰ ਕੀ ਕਰਾਂਗੇ? ਅਸੀਂ ਉੱਪਰ ਰੱਖਾਂਗੇ ਤੇ Q0 ਨੂੰ ਹੇਠਾਂ ਰੱਖਾਂਗੇ, ਗੁਣਾ 100 ਕਰਾਂਗੇ ਤਾਂ ਸਾਡੀ ਵੈਲਿਊ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਆ ਜਾਵੇਗੀ। ਮੰਗ ਵਿੱਚ ਜਿਹੜੀ ਪ੍ਰਤੀਸ਼ਤ ਪਰਿਵਰਤਨ ਦੀ ਵੈਲਿਊ ਹੋਵੇਗੀ ਉਹ ਅਸੀਂ ਫਾਰਮੂਲੇ 'ਚ ਪੁੱਟ ਕਰਕੇ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਇਸ ਤਰੀਕੇ ਨਾਲ ਕੱਢ ਸਕਦੇ ਹਾਂ, ਤਿਰਛੀ ਗੁਣਾ ਕਰਕੇ। ਇਸ ਤਰੀਕੇ ਨਾਲ ਇਹ ਸਮ ਵੀ ਤੁਹਾਨੂੰ 4 ਨੰਬਰ ਦੇ ਲਈ ਪੇਪਰ 'ਚ ਪੁੱਛਿਆ ਜਾ ਸਕਦਾ। ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ 5 ਤਰ੍ਹਾਂ ਦੇ ਸਮ ਕੀਤੇ ਹਨ। ਇਹਨਾਂ 5 ਸਮਾਂ ਦੀ ਦੁਹਰਾਈ ਦੇ ਲਈ ਤੁਹਾਨੂੰ ਵੱਖਰੇ ਤੌਰ ਤੇ ਪ੍ਰਸ਼ਨ ਭੇਜੇ ਜਾਣਗੇ, ਜਿਨ੍ਹਾਂ ਨੂੰ ਤੁਸੀਂ ਹੱਲ ਕਰਕੇ ਵਾਪਸ ਭੇਜਣਾ ਹੈ। ਸੋ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕਸ।